बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक कैटल फार्म पे मौजूद हैं। उनके ऑनर हमारे साथ हैं, उनसे आपकी मुलाकात करवाते हैं और उनसे पूछते हैं ये काम करते हुए कितना अर्सा हो गया। अस्सलाम वालेकुम सर जी। जी वालेकुम क्या हाल चाल है अस्सलाम। सर? जी अल्लाह का करम जनाब। अच्छा सर, सब तो पहले ते अपना नाम और अपने फार्म की लोकेशन दस दो। मेरा नाम जी बिलाल भट्ट है ठीक है। और मेरे फार्म की लोकेशन जी है वो मुल्तान है। ठीक हो और तुसी बाईपास चौक तो मुजफ्फरगढ़ वाली साइड से जिसले आओगे तो लेफ्ट साइड ते ਤੁਹਾਡੇ ਖੱਬੀ ਸਾਈਡ ਦੇ ਉੱਤੇ ਕਿਡਨੀ ਸੈਂਟਰ ਹੈ। ਕਿਡਨੀ ਸੈਂਟਰ ਜਿੱਥੇ ਐਂਡ ਹੋ ਰਿਹਾ ਉਹਦੇ ਨਾਲ ਹੀ ਸਾਡਾ ਫਾਰਮ ਹੈ। ठीक हो गया। अच्छा सर, ਇਹ ਦੱਸੋ ਕਿ ਇਹ ਜਿਹੜਾ ਇਹ ਜਾਨਵਰ ਅਸੀਂ ਦੇਖ ਰਹੇ ਹਾਂ ਕਿਸ ਪਰਪਸ ਲਈ ਰੱਖੇ ਹੋਏ ਆ? ਸਰ ਇਹ ਜਿਹੜੇ ਇਸ ਵਕਤ ਤੁਸੀਂ ਤੁਹਾਡੀ ਸਕਰੀਨ ਦੇ ਉੱਤੇ ਜਿਹੜੇ ਜਾਨਵਰ ਨਜ਼ਰ ਆ ਰਹੇ ਨੇ ਇਹ ਸਾਡੇ ਜਾਨਵਰ ਕੁਰਬਾਨੀ ਲਈ ਨੇ। ਠੀਕ ਹੋ ਗਿਆ। ਲੇਕਿਨ ਇਸ ਤੋਂ ਪਹਿਲੇ ਅਸੀਂ ਆਲਰੇਡੀ ਜਿਹੜਾ ਕਰ ਰਹੇ ਹਾਂ ਉਹ ਫੈਟਨਿੰਗ ਦਾ ਕਰ ਰਹੇ ਹਾਂ। अच्छा, फैटनिंग का कर रहे हो? ਫੈਟਨਿੰਗ ਦਾ ਕਰ सर ਰਹੇ ਹਾਂ कितने फ्लॉक ਜਿਹੜੇ ਆ ਤੁਸੀਂ ਕੱਢ ਲਏ? ਸਰ ਅਸੀਂ ਤਕਰੀਬਨ 1.5 ਸਾਲ ਤੋਂ ਕਰ ਰਹੇ ਹਾਂ। अच्छा माशाल्लाह। ਹਾਂ ਤੇ ਪਹਿਲੇ ਅਸੀਂ ਕੱਟਾ ਦੀ ਫੈਟਨਿੰਗ ਕੀਤੀ ਹੈ, ਫਿਰ ਉਸ ਤੋਂ ਬਾਅਦ ਬੱਚੇ ਦੀ ਕੀਤੀ ਹੈ, ठीक ਹੁਣ ਅਸੀਂ ਜਿਹੜੀ ਬੱਚਿਆਂ ਦੀ ਕਰ ਰਹੇ ਹਾਂ। ਲੇਕਿਨ ਇਹ ਕੁਰਬਾਨੀ ਦਾ ਫਲੌਕ ਹੈ। ठीक हो गया। ਇਹ ਕੁਰਬਾਨੀ ਦੇ ਦੋਸਤਾਂ ਲਈ ਜਿਹੜੇ ਸੁਨਨਤ ਤੇ ਨਬੀ ਤੇ ਅਮਲ ਕਰਨਾ ਚਾਹੁੰਦੇ ਨੇ बिल्कुल ਇਹ ਉਹਨਾਂ ਲਈ ਹੈ, ਉਹਨਾਂ ਦੀ ਖਿਦਮਤ ਲਈ ਅਸੀਂ ਇੱਥੇ ਬੈਠੇ ਹਾਂ। माशाल्लाह। अच्छा सर, ਹੁਣ ਇਹ ਦੱਸੋ ਕਾਫੀ ਸਾਰੇ ਲੋਕ ਜਿਹੜੇ ਆ ਤੁਹਾਡੇ ਜੈਸੇ ਫਾਰਮਰ ਲੋਕਾਂ ਦੀਆਂ ਵੀਡੀਓ ਵੇਖ ਕੇ ਸਾਨੂੰ ਸਵਾਲ ਕਰ ਰਹੇ ਕਿ ਬਿਹਤਰ ਕੰਮ ਕਿਹੜਾ ਹੈ, ਕੱਟੇ ਦਾ ਕੰਮ ਬਿਹਤਰ ਹੈ ਜਾਂ ਬੱਚੇ ਦਾ ਕੰਮ ਬਿਹਤਰ ਹੈ? सर बुनियादी गल है कि जब तक इंसान बजाते खुद एक्सपीरियंस ना करे जी जी। मैं समझना है कि उदों तक बंदे नू सही समझ नहीं आ सकती। ठीक हो गया। इसलिए इंसान नू थोड़े थोड़े यानी तादाद दे विच कट्टा एक दफा वो फैटिंग कर ले, ठीक हो एक दफा बच्चियां दी कर ले, सही हो ऑटोमेटिकली उन्हें जेड़ा ना जाती तौर ते एक्सपीरियंस हो जाएगा। इहदे जिन्ने भी इफ एंड बट्स हुंदे ने, जिन्ने भी इहदे विच अप्स एंड डाउन आंदे ने, जिन्ने भी इहदे विच मसाइल और अच्छी चीज़ां आंदियां ने वो इंसान नू फिर समझ आ जांदियां ने। ठीक है। बजाय मेरे लिए तो दोनों ठीक ने। कुछ कट्टा जेड़ा फार्मिंग है वो भी ठीक है, लेकिन ये जी सब तो अहम मेरे छोटे जे नाकस तजर्बे च जी चीज़ गल आई है वो है कि जिसले इंसान खुद करता है ना जी 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 जी। ਉਹਦੇ ਵਿੱਚ इंसान मार भी खांदा है, बिल्कुल। ਉਹਦੇ ਵਿੱਚ इंसान फायदा भी उठांदा है। बिल्कुल। ਤੇ ਜਿਸਲੇ ਉਹ ਤਜਰਬਾ ਕਰ ਲੈਂਦਾ ਹੈ ਉਸ ਟਾਈਮ ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਲਈ ਇਹ ਚੀਜ਼ ਠੀਕ ਹੈ। ਔਰ ਉਹਦੇ ਸਭ ਤੋਂ ਅਹਿਮ ਕਿਰਦਾਰ ਜਿਹੜਾ ਨਾ ਜੀ ਉਹਦੀ ਫੀਡ ਦਾ ਹੈ। ਅਗਰ ਫੀਡ ਦੀ ਤੁਸੀਂ ਕਾਸਟ ਉਹਦੀ ਕੀਮਤ ਘਟਾ ਲਈਏ ਤੇ ਆਟੋਮੈਟਿਕਲੀ ਤੁਹਾਡਾ ਨਫਾ ਵੱਧ ਜਾਏਗਾ। ਔਰ ਅਗਰ ਉਹਦੀ ਫੀਡ ਦੀ ਇਖਰਾਜਾਤ ਅਗਰ ਤੁਹਾਡੇ ਕੰਟਰੋਲ 'ਚ ਨਹੀਂ ਰਹੇ, ਯਾਨੀ ਕਿ ਤੁਸੀਂ ਉਹਨੂੰ ਰੀਜ਼ਨੇਬਲ ਪ੍ਰਾਈਸ 'ਚ ਨਹੀਂ ਲਿਆਂਦਾ, ਤੁਸੀਂ ਉਹਦੇ ਇਖਰਾਜਾਤ ਨੂੰ ਕੰਟਰੋਲ ਨਹੀਂ ਕੀਤਾ ਤੇ ਅਲਟੀਮੇਟਲੀ ਤੁਹਾਡੇ ਐਕਸਪੈਂਸ बढ़ ਜਾਣਗੇ ਔਰ ਤੁਹਾਡਾ ਪ੍ਰੋਫਿਟੇਬਿਲਿਟੀ ਉਹ ਬਿਲਕੁਲ ਘਟ ਜਾਏਗੀ। ਫਿਰ ਤੁਸੀਂ ਆਟੋਮੈਟਿਕਲੀ ਦਿਲ ਬਰਦਾਸ਼ਤ ਹੋ ਸਕਦੇ ਹੋ। ਇਸ ਲਈ ਜ਼ਿਆਦਾ ਤਜਰਬਾ ਔਰ ਜ਼ਿਆਦਾ ਇਹਦੇ 'ਚ ਜਿਹੜਾ ਹੋਮਵਰਕ ਹੈ ਉਹਦੀ ਫੀਡ ਨੂੰ ਜਿਹੜੀ ਕਾਸਟ ਹੈ ਉਹਨੂੰ ਘੱਟ ਤੋਂ ਘੱਟ ਰੱਖਣ ਵਾਸਤੇ ਪਹਿਲੇ ਉਹ ਬੰਦਾ ਉਹਦੀ ਵਰਕਿੰਗ ਕਰੇ, ਫਿਰ ਅਮਲੀ ਤੌਰ ਦੇ ਉੱਤੇ ਫਾਰਮਿੰਗ ਕਰੇ। ਅੱਛਾ ਸਰ, ਫੀਡ ਨੂੰ ਜਿਹੜਾ ਤੁਸੀਂ ਦੱਸਿਆ ਕਿ ਬਈ ਕੰਟਰੋਲ ਜਿਹੜਾ ਬੰਦਾ ਕਰ ਲਵੇ ਅਖਰਾਜਾਤ, ਜੀ ਉਸ ਬਾਰੇ ਦੱਸੋ ਕਿ ਮਤਲਬ ਨया ਬੰਦਾ ਹੁਣ ਉਹਨੂੰ ਕਿਹੜੀ ਕਿਹੜੀ ਚੀਜ਼ ਤੇ ਜਿਹੜਾ ਨਾ ਵਰਕ ਕਰਨਾ ਚਾਹੀਦਾ ਕਿ ਬਈ ਖਰਚਾ ਘੱਟ ਹੋਵੇ? ਸਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਉਹ ਫਾਰਮ ਬਣਾਉਣ ਲੱਗਾ ਹੈ ਠੀਕ ਹੋ ਗਿਆ। ਉਹਦੀ ਲੋਕੇਸ਼ਨ ਅੱਛੀ ਹੋਣੀ ਚਾਹੀਦੀ ਹੈ। ਜ਼ਬਰਦਸਤ। ਹੁਣ ਉਹਦੀ ਲੋਕੇਸ਼ਨ ਅੱਛੀ ਹੋਣ ਦਾ ਮਤਲਬ ਇਹ ਹੈ ਕਿ ਉਹ ਹਵਾਦਾਰ ਹੋਣਾ ਚਾਹੀਦਾ ਹੈ। ਸਹੀ ਹੋ ਗਿਆ। ਉਹਦਾ ਮਸ਼ਰਕ ਔਰ ਮਗਰਿਬ ਦੀ ਜਿਹੜੀ ਸਾਈਡ ਹੈ ਉਹਦੇ ਮੁਤਾਬਕ ਬਣੀ ਹੋਣੀ ਚਾਹੀਦੀ ਹੈ। ਠੀਕ ਹੋ। ਜਿਸ ਲਈ ਤੁਸੀਂ ਆਪਣਾ ਸ਼ੈੱਡ ਨੂੰ ਆਪਣੇ ਫਾਰਮ ਨੂੰ ਹਵਾਦਾਰ ਬਣਾਓਗੇ ਤੇ ਆਟੋਮੈਟਿਕਲੀ ਜਾਨਵਰ ਨੂੰ ਗਰਮੀ ਦੇ ਅੰਦਰ ਵੀ ਔਰ ਸਰਦੀ ਦੇ ਅੰਦਰ ਵੀ ਉਹਦੇ ਮਿਜ਼ਾਜ ਦੇ ਮੁਤਾਬਕ ਚੀਜ਼ਾਂ ਮਿਲਣਗੀਆਂ। ਇਸ ਲਈ ਉਸ ਜਾਨਵਰ ਨੂੰ ਉਹਦੇ ਮਿਜ਼ਾਜ ਦੇ ਮੁਤਾਬਕ ਐਟਮੋਸਫੇਅਰ ਮਿਲੇਗਾ, ਮਾਹੌਲ ਮਿਲੇਗਾ ਤੇ ਉਹਦੀ ਗਰੋਥ ਦੇ ਵਿੱਚ ਇਜ਼ਾਫਾ ਹੋਏਗਾ। ਇਹ ਬੁਨਿਆਦੀ ਚੀਜ਼ ਹੈ। ਉਸ ਤੋਂ ਬਾਅਦ ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਜਿਹੜੀ ਚੀਜ਼ ਉਹਨੂੰ ਫੀਡ ਕਰਾਣੀ ਹੈ ਉਹਦੀ ਜਿਹੜੀ ਲਾਗਤ ਹੈ ਤੁਸੀਂ ਉਹਨੂੰ ਮਿਨੀਮਾਈਜ਼, ਉਹਨੂੰ ਘੱਟ ਤੋਂ ਘੱਟ ਕਿਵੇਂ ਕਰਨਾ ਹੈ, ਠੀਕ ਹੋ ਗਿਆ। ਉਹ ਕਿਸ ਤਰ੍ਹਾਂ ਕਰ ਸਕਦੇ ਹੋ? ਸਭ ਤੋਂ ਅਹਿਮ ਚੀਜ਼ ਹੈ ਸਾਈਲੇਜ। ਸਭ ਤੋਂ ਪਹਿਲੇ ਤੁਸੀਂ ਆਪਣਾ ਸਾਈਲੇਜ ਤਿਆਰ ਕਰਨਾ ਹੈ, ਖੁਦ ਤਿਆਰ ਕਰਨਾ ਹੈ। ਯਾਨੀ ਤੁਸੀਂ ਅਗਰ ਸਾਈਲੇਜ ਖੁਦ ਤਿਆਰ ਕਰ ਲੋਗੇ ਤੇ ਤੁਹਾਨੂੰ ਮਿਸਾਲ ਦੇ ਤੌਰ ਤੇ 10 ਰੁਪਏ ਕਿਲੋ ਪਏਗਾ। ਅਗਰ ਤੁਸੀਂ ਬਾਜ਼ਾਰ ਚੋਂ ਪਰਚੇਸ ਕਰੋਗੇ ਉਹ ਤੁਹਾਨੂੰ 18 ਰੁਪਏ 20 ਰੁਪਏ ਕਿਲੋ ਕਾਸਟ ਪਏਗਾ। ਯਾਨੀ ਆਲਮੋਸਟ ਡਬਲ ਰੇਟ ਹੋ ਜਾਏਗਾ ਔਰ ਤੁਹਾਡੀ ਪ੍ਰੋਫਿਟੇਬਿਲਿਟੀ ਘਟ ਜਾਏਗੀ। ਠੀਕ ਹੈ। ਔਰ ਤੀਸਰੀ ਚੀਜ਼ ਹੈ ਤੁਹਾਡੀ ਤੂੜੀ। तूड़ी बेशक के थोड़ी इस्तेमाल होंदी है लेकिन इस्तेमाल जरूर होंदी है। ये फिलर दे तौर दे उत्ते इस्तेमाल होंदी है पेट भरन वास्ते। ये होनी चाहिए जदों तुहाडी जदों कनक आंदी है या गंदम आंदी है तुसी उदों नूं लैके स्टॉक करो। ये जिन्नी भी फैटनिंग है या डेयरी है मैं इहदे च थोड़ी जी मेरी एक्सपीरियंस ये है कि जदों सीजन
ਜਿਸ ਚੀਜ਼ ਦਾ ਹੋਵੇ, ਅਗਰ ਤੁਸੀਂ ਉਹਨੂੰ ਲੈ ਕੇ ਸਟਾਕ ਕਰ ਲੈਂਦੇ ਹੋ ਫਿਰ ਤੇ ਤੁਸੀਂ ਪ੍ਰੋਫਿਟ ਵਾਲੇ ਪਾਸੇ ਜਾ ਸਕਦੇ ਹੋ। ਠੀਕ ਹੋ ਗਿਆ। ਅਗਰ ਤੁਸੀਂ ਮੌਕੇ ਦੀ ਮੁਨਾਸਬਤ ਨਾਲ ਰੇਟ ਚੀਜ਼ ਲਓਗੇ ਫਿਰ ਤੁਹਾਡੀ ਪ੍ਰੋਫਿਟ ਬਹੁਤ ਮਿਨੀਮਾਈਜ਼ ਔਰ ਬਹੁਤ ਕਮ ਤੋਂ ਕਮ ਹੁੰਦੀ ਚਲੀ ਜਾਏਗੀ। ਚੌਥੀ ਚੀਜ਼ ਸੀ ਫਿਰ ਸਭ ਤੋਂ ਅਹਿਮ, ਜਿਹੜੇ ਗੋਸ਼ਤ ਨੂੰ बढ़ाਉਣ ਦੇ ਵਿੱਚ ਸਭ ਤੋਂ ਅਹਿਮ ਕਿਰਦਾਰ ਅਦਾ ਕਰਦਾ ਉਹ ਹੈ ਵੰਡਾ। ਅਗਰ ਵੰਡੇ ਦੀ ਫਾਰਮੂਲੇਸ਼ਨ और वंडा अगर तुसी खुद बना रहे हो फिर ते सोने ते सुहागा है, फिर तो बहुत अच्छी चीज है। और अगर तुसी बाजार तो परचेज कर रहे हो फिर वो पता नहीं ਉਹਦੇ ਚ ਕੀ ਪਾਇਆ ਜਾ ਰਿਹਾ ਹੈ, ਉਹਦੀ ਕੀ ਕੁਆਲਿਟੀ ਹੈ, ਕਿੰਨਾ weight gain ਉਹ ਡੇਲੀ ਦਾ ਤੁਹਾਨੂੰ ਦੇ ਰਿਹਾ ਹੈ, ਇਹ ਤੁਹਾਡੇ ਐਕਸਪੀਰੀਅੰਸ ਦੀ ਚੀਜ਼ ਹੈ। ਅਗਰ ਤੁਹਾਡੇ ਕੋਲ ਵੰਡਾ ਬਹੁਤ ਅੱਛਾ ਮਿਲ ਗਿਆ ਹੈ ਤਾਂ ਬਹੁਤ ਅੱਛੀ ਗੱਲ ਹੈ। ਜਿਵੇਂ ਅਸੀਂ ਵੀ ਐਕਸਪੀਰੀਅੰਸ ਕਰ ਕਰਕੇ ਆਪਣਾ ਵੰਡਾ ਹੁਣ ਤਿਆਰ ਕਰਨੇ ਮਾਸ਼ਾਅੱਲਾ। ਸਾਡੇ ਜਾਨਵਰ ਤੁਸੀਂ ਪਿੱਛੇ ਦੇਖ ਰਹੇ ਹੋ, ਇਨ ਤੁਸੀਂ ਅਲੱਗ-ਅਲੱਗ ਜਾਨਵਰ ਨੂੰ ਜਦੋਂ ਦਿਖਾਓਗੇ ਤੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਸਾਡੇ ਵੰਡੇ ਦੀ ਕੁਆਲਿਟੀ ਕੈਸੀ ਹੈ। ਅੱਛਾ ਸਰ, ਹੁਣ ਇਹ ਦੱਸੋ ਕਿ ਨਿਊ ਵੀਵਰਸ ਜਿਹੜੇ ਨੇ ਬਿਲਕੁਲ ਨਿਊ ਉਹ ਇਸ ਕੰਮ ਚ ਆ ਰਹੇ ਨੇ ਤੇ ਅਗਰ ਉਹ ਜਾਨਵਰ ਕਾਟੂ ਦੇ ਤੌਰ ਤੇ ਪਰਚੇਜ਼ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਦੱਸੋ ਕਿ ਕਿਹੜੀ ਮੰਡੀ ਚੋਂ ਲੈਣਾ ਚਾਹੀਦਾ, ਕਿੰਨੇ ਵਜ਼ਨ ਦਾ ਲੈਣਾ ਚਾਹੀਦਾ, ਔਰ ਇਸ ਤੋਂ ਇਲਾਵਾ ਕਿਹੜੀ ਐਸੀ ਚੀਜ਼ ਹੈ ਜਿਹੜੀ ਅੰਦਰ ਦੇਖ ਕੇ ਉਸ ਜਾਨਵਰ ਦਾ ਇੰਤਖਾਬ ਕਰਨ ਕਿ ਉਹ ਫੈਟਨਿੰਗ ਲਈ ਬਿਹਤਰ ਹੋਵੇ। ਸਰ ਇਹਦੇ ਵਿੱਚ ਕੋਈ ਇੱਕ ਮਾਰਕ ਤੇ ਨਹੀਂ ਹੈ ਕਿ ਬਸ ਤੁਸੀਂ ਇਸ ਕਿਸਮ ਦੀ ਚੀਜ਼ ਲੈ ਲਓ, ਲੇਕਿਨ ਬਹਰਹਾਲ ਐਕਸਪੀਰੀਅੰਸ ਜੋ ਸਾਨੂੰ ਹੋਇਆ ਹੈ ਛੋਟਾ ਮੋਟਾ ਮੈਂ ਉਹ ਤੁਹਾਡੇ ਵੀਵਰਸ ਨਾਲ ਸ਼ੇਅਰ ਕਰ ਦੇਣਾ ਕਿ ਜਿਹੜਾ ਤੁਸੀਂ ਫੈਟਨਿੰਗ ਵਾਸਤੇ ਜਾਂ ਕਾਟੂ ਵਾਸਤੇ ਆਮ ਜ਼ੁਬਾਨ 'ਚ ਜਿਹਨੂੰ ਕਹਿੰਦੇ ਨੇ, ਅਗਰ ਉਹ ਜਾਨਵਰ ਲੈਣਾ ਹੈ ਤੇ ਤੁਸੀਂ 200 kg ਤੋਂ 220-25 kg ਦਾ ਲਾਈਵ ਜਾਨਵਰ ਲਾਜ਼ਮੀ ਲੈਣਾ ਹੈ। ਇਸ ਤੋਂ 200 ਤੋਂ ਉੱਤੇ ਜਾਨਵਰ ਹੋਵੇ ਲਾਈਵ weight ਦੇ ਹਿਸਾਬ ਨਾਲ, ਉਸ ਤੋਂ ਥੱਲੇ ਨਾ ਲੈਣਾ। ਇੱਕ ਗੱਲ। दूसरी कि जेड़ा उस टाइम दा मौजूदा मंडियां दा रेट है ਤੁਹਾਨੂੰ ਮੁਨਾਸਬ ਤੋਂ ਮੁਨਾਸਬ ਰੇਟ 'ਚ ਖਰੀਦਾਰੀ ਕਰਨੀ ਚਾਹੀਦੀ ਹੈ। ਉਹ ਅਗਰ ਤੁਹਾਨੂੰ ਐਕਸਪੀਰੀਅੰਸ ਹੈ ਤੁਸੀਂ ਦੇਖ ਕੇ ਲੈ ਸਕਦੇ ਹੋ ਤੇ ਬਹੁਤ ਅੱਛੀ ਗੱਲ ਹੈ, ਅਦਰਵਾਈਜ਼ ਤੁਸੀਂ ਤੋਲ ਕੇ ਵੀ ਲੈ ਸਕਦੇ ਹੋ। ਮੰਡੀਆਂ ਦੇ ਵਿੱਚ ਕੰਡੇ ਲੱਗੇ ਨੇ, ਤੁਸੀਂ ਉੱਥੇ ਤੋਲ ਕੇ ਵੀ ਲੈ ਸਕਦੇ ਹੋ। ਠੀਕ ਹੋ ਗਿਆ। ਬਿਹਤਰ ਮੰਡੀ ਕਿਹੜੀ ਲੱਗਦੀ ਹੈ? ਬਿਹਤਰ ਸਰ ਮੰਡੀ ਵੈਸੇ ਤੇ ਏਸ਼ੀਆ ਦੀ ਕਹਿੰਦੇ ਨੇ, ਮੁਲਤਾਨ ਸਾਡੀ ਜਿਹੜੀ ਮੰਡੀ ਹੈ ਉਹ ਏਸ਼ੀਆ ਦੀ ਵੱਡੀ ਮੰਡੀ ਹੈ ਔਰ ਇੱਥੇ ਜਾਨਵਰ ਕਾਫੀ ਤਾਦਾਦ ਦੇ ਵਿੱਚ ਆਉਂਦੇ ਨੇ। ਵੈਸੇ ਛੋਟੀ ਮੰਡੀਆਂ ਦੇ ਵਿੱਚ, ਛੋਟੀ ਤੇ ਨਹੀਂ ਦਰਮਿਆਨੀ ਮੰਡੀਆਂ ਚ ਲੁਡਨ ਮੰਡੀ ਵੀ ਹੈ, ਬਹਾਵਲਪੁਰ ਮੰਡੀ ਵੀ ਹੈ, ਸ਼ਾਹਪੁਰ ਕਾਂਜਰਾ ਮੰਡੀ ਵੀ ਹੈ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਪਸੰਦ ਕਰਦੇ ਨੇ ਮੁਲਤਾਨ ਮੰਡੀ ਨੂੰ ਕਰਦੇ ਨੇ ਕਿਉਂਕਿ ਕਿਸੇ ਨੂੰ 100 ਬੱਚਾ 200 ਬੱਚਾ 500 ਬੱਚਾ 1000 ਬੱਚਾ ਵੀ ਅਗਰ ਚਾਹੀਦਾ ਹੋਵੇ ਜਾਂ ਬਛੜਾ ਚਾਹੀਦਾ ਹੋਵੇ ਤੇ ਇੱਥੋਂ ਉਹ 1-2 ਦਿਨਾਂ ਦੇ ਅੰਦਰ ਉਹ ਇੱਥੋਂ ਇਕੱਠਾ ਕਰ ਸਕਦੇ ਨੇ। ਔਰ ਹਫਤੇ 'ਚ ਤੁਹਾਨੂੰ ਪਤਾ ਹਫਤੇ ਔਰ ਇਤਵਾਰ ਵਾਲੇ ਦਿਨ 2 ਦਿਨ ਮੰਡੀ ਮੁਲਤਾਨ ਦੀ ਲੱਗਦੀ ਹੈ। ਜ਼ਬਰਦਸਤ। अच्छा सर, हुण जानवर खरीद के फार्म ते आ गया जी ते सब तो पहले उनका की ट्रीटमेंट करदे हो? उन्हां नूं डायरेक्ट जिहड़ा अपना वंडा खुराक चालू कर दिंदे हो या उस तो पहले कोई उनका ट्रीटमेंट हुंदा? उस बारे च सर जिसले असी मंडी चो जानवर नूं खरीद के अपने फार्म ते लैके आने हैं, सब तो पहले असी उन्होंने रिलैक्स करने हैं। ठीक हो गया। रिलैक्स किस तरह करने हैं? असी पहले उन्होंने 1-2 दिन आम ਜਿਹੜਾ ਚਾਰਾ ਹੁੰਦਾ ਹੈ ਅਸੀਂ ਉਹਨੂੰ ਪਾਉਂਦੇ ਹਾਂ ਤਾਂ ਕਿ ਉਹਦਾ ਜਿਹੜਾ ਮੰਡੀ ਦਾ ਔਰ ਦੂਰ ਦਰਾਜ਼ ਤੋਂ ਜਿਹੜਾ ਸਫ਼ਰ ਕਰਕੇ ਆਇਆ ਹੁੰਦਾ ਉਹਦਾ ਸਟ੍ਰੈਸ ਖਤਮ ਹੋਵੇ। 2 ਦਿਨ ਦੇ ਬਾਅਦ ਫਿਰ ਅਸੀਂ ਉਹਦੀ ਡਿਵਰਮਿੰਗ ਕਰ ਦਿੰਦੇ ਹਾਂ, ਜਿਹੜੇ ਉਹਦੇ ਪੇਟ ਦੇ ਕੀੜੇ ਜਾਂ ਜਿਹੜੀ ਉਹ ਚੀਜ਼ਾਂ ਨੇ ਉਹ ਅਸੀਂ ਉਹਦੀ ਡਿਵਰਮਿੰਗ ਕਰ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਉਹਦੀ ਇੰਜੈਕਸ਼ਨ ਲਾਉਂਦੇ ਹਾਂ ਐਵਰਮੈਕਟਨ ਟਾਈਪ ਦਾ ਤਾਂ ਕਿ ਜਿਹੜੇ ਉਹਦੀ ਸਕਿਨ ਦੇ ਉੱਤੇ ਕੀੜੇ ਲੱਗੇ ਨੇ ਉਹ ਵੀ ਖਤਮ ਹੋ ਜਾਣ। ਪੇਟ ਦੀ ਡਿਵਰਮਿੰਗ ਹੋ ਗਈ, ਉਹਦੀ ਜਿਹੜੀ ਬਾਹਰ ਦੀ ਜਿਹੜੀ ਸਕਿਨ ਦੀ ਹੈ ਉਹ ਵੀ ਡਿਵਰਮਿੰਗ ਹੋ ਗਈ। ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਵੈਕਸੀਨ ਜਿਹੜਾ ਨਾ ਜੀ ਉਹਨੂੰ ਕਰ ਦਈਦੀ ਹੈ। ਉਸ ਤੋਂ ਬਾਅਦ ਫਿਰ ਆਰਾਮ ਨਾਲ ਖਾਣ ਪੀਣ ਉਹਦਾ ਫਿਰ ਅਸੀਂ ਆਪਣੇ ਸਾਲਿਸ਼ ਤੇ ਲੈ ਦਈਦਾ ਹੈ, ਵੱਡੇ ਤੇ ਲੈ ਦਈਦਾ ਆਹਿਸਤਾ ਆਹਿਸਤਾ ਔਰ ਆਪਣੀ ਤੂੜੀ ਦੇ ਉੱਤੇ ਲੈ ਦਈਦਾ। ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਾਮਯਾਬ ਜਿਹੜਾ ਕੈਟਲ ਫਾਰਮ ਹੈ ਜਾਂ ਆਪਣਾ ਕਾਟੂ ਦਾ ਕੋਈ ਵੀ ਜਿਵੇਂ ਅਸੀਂ ਕੰਮ ਕਰਦੇ ਹਾਂ ਜੀ, ਇਹਦੇ ਕਾਮਯਾਬੀ ਦਾ ਮੇਨ ਰਾਜ਼ ਕੀ ਹੈ ਔਰ ਇੱਕ ਫਾਰਮਰ ਮੈਕਸਿਮਮ ਕਿੰਨਾ ਵਜ਼ਨ ਇੱਕ ਦਿਨ ਚ ਇੱਕ ਜਾਨਵਰ ਕੋਲ ਲਵੇ ਤੇ ਉਹ ਆਪਣੇ ਫਾਰਮ ਨੂੰ ਕਾਮਯਾਬ ਕਰ ਸਕਦਾ ਹੈ? ਇਸ ਬਾਰੇ ਥੋੜਾ ਜਿਹਾ ਵਜ਼ਾਹਤ ਨਾਲ ਦੱਸੋ। ਸਰ ਕਾਮਯਾਬੀ ਦਾ ਰਾਜ਼ ਜਿਹੜਾ ਹੈ ਨਾ ਜੀ, ਅਗਰ ਤੇ ਉਹਦਾ ਮਤਮਨ ਹੈ ਨਜ਼ਰ ਕਮਰਸ਼ੀਅਲ ਬਿਜ਼ਨਸ ਹੈ ਬਿਲਕੁਲ ਕਿ ਅਗਰ ਉਹਨੇ ਯਾਨੀ ਆਪਣੀ ਰੋਜ਼ੀ ਕਮਾਉਣ ਲਈ ਇਹ ਬਿਜ਼ਨਸ ਕੀਤਾ ਹੈ ਜੀ ਜੀ, ਔਰ ਦੂਸਰਾ ਮਤਮਨ ਹੈ ਨਜ਼ਰ ਸ਼ੌਕ ਹੈ। ਠੀਕ ਹੋ ਗਿਆ। ਸ਼ੌਕ ਦਾ ਤੇ ਕੋਈ ਮੋਲ ਨਹੀਂ ਹੁੰਦਾ, ਉਹਦੇ ਵਿੱਚ ਤੁਹਾਨੂੰ ਨੁਕਸਾਨ ਹੋਵੇ ਜਾਂ ਨਫਾ ਹੋਵੇ, ਇਨਸਾਨ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਨਾ ਅੰਨੇਵਾ, ਉਹ ਬੰਦਾ ਉਹ ਕੰਮ ਕਰਦਾ ਰਹਿੰਦਾ, ਉਹਦੇ ਸ਼ੌਕ ਦੇ ਵਿੱਚ ਫਿਰ ਉਹਦੇ ਜ਼ਿਹਨ ਚ ਪ੍ਰੋਫਿਟ ਨਹੀਂ ਹੁੰਦਾ। ਅਗਰ ਉਹ ਜਿਸ ਫਾਰਮਰ ਦਾ ਜ਼ਿਹਨ ਹੈ ਕਿ ਮੈਂ ਇਹਦੇ ਚੋਂ ਬਿਜ਼ਨਸ ਕਰ ਰਿਹਾ ਹਾਂ, ਬਿਜ਼ਨਸ ਦੇ ਤੌਰ ਤੇ ਅਸੀਂ ਇਹਨੂੰ ਕਰਨਾ ਹੈ ਤੇ ਫਿਰ ਜਿਹੜਾ ਨਾ ਜੀ ਜਦੋਂ ਉਹਨੂੰ ਪ੍ਰੋਫਿਟ ਮਿਲੇਗਾ ਇਸ ਕੰਮ ਤੋਂ ਆਟੋਮੈਟਿਕਲੀ ਉਹਦੇ ਲਈ ਇਹ ਬਿਹਤਰੀਨ ਕੰਮ ਸਾਬਿਤ ਹੋਏਗਾ। ਔਰ ਪ੍ਰੋਫਿਟ ਲੈਣ ਲਈ ਮੈਂ ਪਹਿਲੇ ਗੁਜ਼ਾਰਿਸ਼ ਕੀਤੀ ਹੈ ਕਿ 2-4 ਚੀਜ਼ਾਂ ਅਗਰ ਉਹਨੂੰ ਫੋਕਸ ਕਰ ਲਿੱਤਾ ਜਾਵੇ
ਤੇ ਇਨਸ਼ਾਅੱਲਾ ਇਹ ਪ੍ਰੋਫਿਟੇਬਲ ਕੰਮ ਬਣ ਸਕਦਾ ਹੈ। ਔਰ ਤੁਸੀਂ ਦੂਸਰਾ ਸਵਾਲ ਇਹ ਕੀਤਾ ਸੀ ਕਿ ਕਿੰਨਾ weight gain ਕਰਨਾ ਚਾਹੀਦਾ ਸਰ, ਮੇਰੇ ਖਿਆਲ ਦੇ ਮੁਤਾਬਕ ਅਗਰ ਅੱਜ ਕੱਲ ਜਿਹੜੀ ਮਹਿੰਗਾਈ ਹੈ, ਜਾਨਵਰ ਵੀ ਮਹਿੰਗਾ ਹੈ ਔਰ ਉਹਦੇ ਜਿਹੜੇ ਖਾਣ ਪਿਲਾਣ ਦੇ ਫੀਡ ਮਟੀਰੀਅਲ ਹੈ ਉਹ ਵੀ ਮਹਿੰਗਾ ਹੈ। ਅਗਰ ਤੁਹਾਡੇ ਵੰਡੇ 'ਚ ਇਹ ਕੁਆਲਿਟੀ ਨਹੀਂ ਕਿ ਉਹ ਡੇਲੀ ਦਾ 1200 ਤੋਂ 1400 ਜਾਂ 1500 ਗ੍ਰਾਮ ਪਰ ਡੇ weight gain ਕਰ ਰਿਹਾ ਹੈ, ਤੁਹਾਡਾ ਪ੍ਰੋਫਿਟ ਸਮਝੋ ਜਿੰਨਾ weight ਘੱਟ ਗੇਨ ਕਰ ਰਿਹਾ ਹੈ ਉਨਾ ਹੀ ਪ੍ਰੋਫਿਟ ਤੁਸੀਂ ਘੱਟ ਹਾਸਿਲ ਕਰ ਸਕੋਗੇ। ਇਹ ਫਾਰਮੂਲਾ ਹੈ, ਯਾਨੀ ਤੁਹਾਡੇ ਕੋਲ ਇਹ तमाम ਚੀਜ਼ਾਂ ਐਸੀ ਕੁਆਲਿਟੀ ਦੀ ਹੋਣੀ ਚਾਹੀਦੀਆਂ ਨੇ ਕਿ ਤੁਹਾਡਾ ਪਰ ਡੇ ਦਾ ਜਿਹੜਾ weight gain ਹੈ ਜਾਨਵਰ ਦਾ ਉਹ ਕਮ ਸੇ ਕਮ 1200 ਤੋਂ ਪਲੱਸ ਹੀ ਹੋਣਾ ਚਾਹੀਦਾ ਤੇ ਫਿਰ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਜਿਹੜਾ ਨਾ ਪ੍ਰੋਫਿਟ ਮਿਲੇਗਾ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਕਰਮ ਨਾਲ। ਤੇ ਸਰ ਤੁਸੀਂ ਆਪਣਾ ਜਿਹੜਾ ਵੰਡਾ ਇਸ ਟਾਈਮ ਤਿਆਰ ਕਰ ਰਹੇ ਹੋ, ਜਿਹੜਾ ਯੂਜ਼ ਕਰ ਰਹੇ ਹੋ, ਤੁਹਾਨੂੰ ਪਰ ਡੇ ਉਸ ਵੰਡੇ ਤੋਂ ਕਿੰਨੀ ਐਵਰੇਜ ਆ ਰਹੀ ਹੈ? ਸਰ ਅਲਹਮਦੁਲਿਲਾ ਮੈਨੂੰ ਜਿਹੜੀ ਆ ਰਹੀ ਹੈ ਮੈਂ ਤੁਹਾਡੇ ਸਾਹਮਣੇ ਉਹੀ ਬਿਆਨ ਕਰ ਰਿਹਾ ਔਰ ਤੁਹਾਡੇ ਵੀਵਰਸ ਨੂੰ ਵੀ ਇਹੀ ਕਹਿ ਰਿਹਾ ਔਰ ਨਵੇਂ ਆਉਣ ਵਾਲੇ ਫਾਰਮਰਸ ਨੂੰ ਵੀ ਇਹੀ ਐਡਵਾਈਸ ਕਰ ਰਹੇ ਹਾਂ ਕਿ ਸਾਡਾ ਵੰਡਾ ਜਿਹੜਾ ਹੈ ਉਹ ਅਲਹਮਦੁਲਿਲਾ ਸਵਾ ਯਾਨੀ 1200 ਤੋਂ 1400 ਗ੍ਰਾਮ 1300 ग्राम 1400 ग्राम 1500 ग्राम तक वेट गेन कर रहे हैं। अगर किसी न्यू फार्मर्स या जेडे फार्मर्स को अच्छा वंडा नहीं है वो मैं वॉलंटरली अपनी खिदमात उन्होंने पेश करना है, वो मेरे को आन मेरे को वंडा लैन चेक करन, अगर उन्होंने सूट करता है तो मेरे को जिन्ना मर्जी वंडा लैन। जबरदस्त सर अपना एक बार नंबर दस दो ताकि जेडे साडे वीडियो देखने वाले ने वो तुहाडे नाल राबता कर सकन, अगर तुहाडे जानवर भी तुसी सेल करना चाहो ਤੇ ਉਸ ਬਾਰੇ ਚ ਵੀ ਦੱਸ ਦਿਓ ਔਰ ਆਪਣਾ ਨੰਬਰ ਵੀ ਦੱਸ ਦਿਓ। जी बिल्कुल, असी ते जानवर बनाए ही लोगों की खिदमत लई है, यानी कुर्बानी लई है। मुल्तान दे होन, मुल्तान तो बाहर दे साथी होन, वो मेरे नंबर ते कांटेक्ट करके मेरे नाल राबता करन, टाइम बनान। अगर वो वीडियो पहले लेना चाहते ने, ओदी पिक्स लेना चाहते ने किसी भी जानवर दी, मैं उन्होंने पिक्स सेंड कर देंगा। वीडियो लेना चाहते ने, वीडियो सेंड कर देंगा। वो लाइव वेट पूछना चाहणगे, मैं उन्होंने वेट दस देंगा कि इस जानवर का इन्ना वेट है, लेकिन शर्त यही है वो आन तशरीफ लियान, सानू खिदमत ਦਾ ਮੌਕਾ ਦੇਣ, ਜਾਨਵਰ ਨੂੰ ਪਸੰਦ ਕਰਨ, ਉਹਦੇ ਬਾਅਦ ਅਸੀਂ ਉਹਨਾਂ ਨੂੰ ਦੇਣ ਵਾਸਤੇ ਤਿਆਰ ਹਾਂ। ਔਰ ਮੇਰਾ ਜਿਹੜਾ ਨੰਬਰ ਹੈ ਸਰ ਉਹ 0300 963 1940। ਠੀਕ ਹੋ ਗਿਆ ਸਰ। ਸਾਡੀ ਇਹ ਵੀਡੀਓ ਦੇਖ ਕੇ ਤੁਹਾਡੇ ਨਾਲ ਅਗਰ ਕੋਈ ਰਾਬਤਾ ਕਰੇ ਤੇ ਉਹਨਾਂ ਦੇ ਲਈ ਖੁਸੂਸੀ ਕੋਈ ਪਿਆਰ ਮੁਹੱਬਤ ਜੀ ਇਨਸ਼ਾਅੱਲਾ ਤੁਹਾਡੇ ਵੀਵਰਸ ਲਈ ਇਨਸ਼ਾਅੱਲਾ ਰੇਟ ਸਪੈਸ਼ਲ ਰੇਟ ਲਾਵਾਂਗੇ। ਤੁਸੀਂ ਤੁਹਾਡੇ ਵੀਵਰਸ ਜਿਹੜਾ ਤੁਹਾਡਾ ਰੈਫਰੈਂਸ ਦੇਣਗੇ, ਤੁਹਾਡੇ YouTube ਚੈਨਲ ਦਾ ਰੈਫਰੈਂਸ ਦੇਣਗੇ ਇਨਸ਼ਾਅੱਲਾ ਤਾਲਾ। ਵੈਸੇ ਵੀ ਸਾਡਾ ਜਿਹੜਾ ਨਜ਼ਰੀਆ ਹੈ ਜੀ ਉਹ ਸਿਰਫ ਕਮਾਈ ਨਹੀਂ ਹੈ, ਬਿਲਕੁਲ ਸਾਡਾ ਥੋੜੀ ਕਮਾਈ ਜ਼ਿਆਦਾ ਨੇਕੀ ਹੈ। ਤੇ ਇਨਸ਼ਾਅੱਲਾ ਤਾਲਾ ਉਹਦੇ ਬਾਵਜੂਦ ਜਿਹੜੇ ਤੁਹਾਡਾ ਵੀਵਰਸ ਹੋਏਗਾ ਉਹਦੇ ਲਈ ਸਪੈਸ਼ਲ ਰੇਟ ਹੋਏਗਾ। ਉਹ ਇੱਕ ਦਫਾ ਤਸ਼ਰੀਫ ਲਿਆਣ, ਉਹਨਾਂ ਨੂੰ ਮੰਡੀਆਂ ਦੇ ਧੱਕੇ ਵੀ ਵੱਜ ਜਾਣਗੇ, ਮੰਡੀਆਂ ਦੇ ਧੋਖੇ ਤੋਂ ਵੀ ਬਚ ਜਾਣਗੇ ਔਰ ਉਹਨਾਂ ਜਾਨਵਰਾਂ ਦੀ ਬਿਮਾਰੀਆਂ ਤੋਂ ਵੀ ਬਚ ਜਾਣਗੇ। ਸਾਡੇ ਟੋਟਲ ਜਾਨਵਰ ਵੈਕਸੀਨੇਟਡ ਨੇ, ਆਰਗੈਨਿਕ ਫੂਡ ਤੇ ਫੀਡ ਤੇ ਪਲੇ ਹੋਏ ਨੇ, ਐਕਟਿਵ ਨੇ, ਹੈਲਦੀ ਨੇ, ਸ਼ਾਈਨਿੰਗ ਉਹਨਾਂ ਤੇ ਅੱਛੀ ਹੈ। ਔਰ ਉੱਥੇ ਉਹਨਾਂ ਦੇ ਘਰ ਅਗਰ ਸਾਡੇ ਕੋਲ ਕੋਈ ਹੁਣ ਪਰਚੇਸ ਕਰਨਾ ਚਾਹੁੰਦਾ ਹੈ ਪਰਚੇਸ ਕਰ ਲੇ। ਜਿਸਲੇ ਉਹ ਸਾਨੂੰ ਕਹੇਗਾ ਕਿ ਜੀ ਹੁਣ ਈਦ ਦੇ ਕਰੀਬ 1 ਦਿਨ ਰਹਿ ਗਿਆ, 2 ਦਿਨ ਰਹਿ ਗਿਆ, ਸਾਨੂੰ ਡਿਲੀਵਰ ਕਰਾ ਦਿਓ। ਇਹ ਤੁਹਾਡੇ ਵੀਵਰਸ ਲਈ ਹੈ, ਇੱਕ ਮੈਂ ਆਫਰ ਦੇ ਰਿਹਾ ਤੁਹਾਨੂੰ ਕਿ ਜਿਹੜੇ ਲੋਕ ਸਾਡੇ ਕੋਲ ਬੁਕਿੰਗ ਕਰਾ ਲੈਣਗੇ ਉਹ ਮੁਲਤਾਨ ਵਿਦ ਇਨ ਮੁਲਤਾਨ ਅਸੀਂ ਉਹਨਾਂ ਨੂੰ ਡਿਲੀਵਰੀ ਫ੍ਰੀ ਦੇਵਾਂਗੇ। ਮਾਸ਼ਾਅੱਲਾ ਜ਼ਬਰਦस्त। ठीक है जी सर, बहुत शुक्रिया जी। वेलकम जी, वेलकम जी, वेलकम जी। तो फ्रेंड्स ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दो शेख अब्बास को दीजिए इजाजत। अल्लाह हाफिज। थैंक यू।